ਸਨਮਾਨਯੋਗ ਗੁਰੂ ਸਵਾਰਿਓ, ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਜੋ ਸ਼ਬਦ ਕਠਨ ਹਨ ਜਾਂ ਜਿਨ੍ਹਾਂ ਦੇ ਅੰਤਰੀਵ ਭਾਵ ਡੂੰਘੇ ਹਨ, ਉਹਨਾਂ ਵਿੱਚੋਂ 94 ਸ਼ਬਦਾਂ ਦੀ ਵਿਚਾਰ ਅਸੀਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਕੱਲ੍ਹ ਭਗਤ ਕਬੀਰ ਜੀ ਦੇ ਆਸਾ ਰਾਗ ਦੇ ਸ਼ਬਦਾਂ ਦੇ ਵਿੱਚੋਂ ਜੋ 94 ਸ਼ਬਦ ਹਨ, ਉਹਨਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ ਦਾ ਸ਼ਬਦ ਆਸਾ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 470 ਤੇ ਦਰਜ ਹੈ। ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਏ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, इश्त दोजख किन पाई, काजी तै कवन कतेब बखानी, अर्थ गुंत ऐसे सब मारे, किन्हू खबर ना जाने। फिर हाउ की पंक्ति है। ਇਹਦੀ ਵਿਚਾਰ ਸਾਡੇ ਨਾਲ ਸਾਂਝੀ ਕਰ ਰਹੇ ਹਨ ਵੀਰ ਤੇਜਿੰਦਰ ਸਿੰਘ ਜੀ ਦਿੱਲੀ ਤੋਂ। ਇਹਦੇ ਕੀ ਭਾਵ ਹਨ ਕਿ ਕਾਫੀ ਸ਼ਬਦ ਆਮ ਤੌਰ ਦੇ ਉੱਤੇ ਵਰਤਿਆ ਵੀ ਜਾਂਦਾ ਹੈ, ਇਹਦੇ ਪ੍ਰਮਾਣ ਵੀ ਦਿੱਤੇ ਜਾਂਦੇ ਨੇ। ਇਹਨਾਂ ਵਿੱਚੋਂ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਕਿ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨ। ਵੀਰ ਤੇਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਜੀ ਨੇ ਆਪ ਜੀ ਨੂੰ ਅਨਾਉਂਸ ਕੀਤਾ ਹੈ ਕਿ ਅੱਜ ਜੋ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 477 ਦੇ ਉੱਤੇ ਸੁਭਾਇਮਾਨ ਹੈ, ਉਸ ਦੀ ਆਪ ਜੀ ਦੇ ਨਾਲ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਤਿਗੁਰੂ ਨੇ ਸਮਝ ਬਖਸ਼ੀ। ਆਪ ਜਾਣਦੇ ਹੋ ਕਿ ਸ਼੍ਰੋਮਣੀ ਭਗਤਾਂ ਵਿੱਚੋਂ ਭਗਤ ਕਬੀਰ ਜੀ ਬੜੇ ਹੀ ਦਲੇਰ ਔਰ ਬੜੇ ਹੀ ਕਲੀਅਰ ਮਾਈਂਡਡ ਜਿਹੜੇ ਸਨ ਉਹ ਭਗਤ ਸਨ। ਔਰ ਬੜੇ ਔਖੇ ਸਮੇਂ ਦੇ ਅੰਦਰ ਜਿਸ ਵੇਲੇ ਚਾਰੇ ਪਾਸੇ ਉਹਨਾਂ ਦੇ ਜਿਹੜੇ ਵਿਰੋਧੀ ਸਨ, ਜਿਹੜੇ ਭਾਵੇਂ ਉਹ ਮੁਸਲਮਾਨ ਸਨ ਤੇ ਭਾਵੇਂ ਉਹ ਹਿੰਦੂ ਬ੍ਰਾਹਮਣ ਸਨ, ਪੰਡਤ ਸਨ, ਮੌਲਾਨੇ ਸਨ, ਕਾਜੀ ਸਨ, ਬ੍ਰਾਹਮਣ ਸਨ, ਇਹ ਸਾਰੇ ਹੀ ਜਿਹੜੇ ਹਨ ਉਹ ਐਸੀ ਵਿਚਾਰਧਾਰਾ ਵਾਲੇ ਸਨ ਜਿਹੜੇ ਕਿ ਕਰਮ ਕਾਂਡੀ ਸਨ। ਔਰ ਜੋ ਅਸਲੀ ਧਰਮ ਹੈ, ਜੋ ਮਨੁੱਖਤਾ ਦਾ ਧਰਮ ਹੈ, ਉਸ ਧਰਮ ਦੇ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ। ਕੇਵਲ ਧਰਮ ਨੂੰ ਵਪਾਰ ਸਮਝ ਕੇ ਜਾਂ ਦੂਸਰਿਆਂ ਦੇ ਉੱਤੇ ਧੱਕਾ ਕਰਨ ਵਾਸਤੇ, ਆਪਣਾ ਰਾਜ ਕਾਇਮ ਕਰਨ ਵਾਸਤੇ, ਆਪਣੀ ਸਰਦਾਰੀ ਕਾਇਮ ਕਰਨ ਵਾਸਤੇ, ਆਪਣੀ ਹੈਜੀਮਨੀ ਜਿਹੜੀ ਹੈ ਉਸਨੂੰ ਕਾਇਮ ਕਰਨ ਵਾਸਤੇ ਉਹਨਾਂ ਨੇ ਆਪਣੇ ਵੇਸ਼ਭੂਸ਼ਾ ਔਰ ਆਪਣੇ ਵਿਚਾਰ ਜਿਹੜੇ ਸਨ ਉਹ ਐਸੇ ਬਣਾਏ ਹੋਏ ਸਨ ਕਿ ਲੋਕ ਜਿਹੜੇ ਹਨ ਉਹਨਾਂ ਦੀ ਪੂਜਾ ਕਰਨ ਔਰ ਉਹਨਾਂ ਦੇ ਅੱਗੇ ਬੋਲਣ ਦੀ ਕੋਈ ਹਿੰਮਤ ਨਾ ਕਰਨ। ਲੇਕਿਨ ਅਸੀਂ ਜਿਹੜੇ ਭਗਤ ਕਬੀਰ ਜੀ ਦੀ ਬਾਣੀ ਦੇ ਆਪ ਲਗਾਤਾਰ ਆਪ ਅਰਥ ਭਾਵ ਸਮਝ ਰਹੇ ਹੋ, ਹੁਣ ਤੱਕ ਇਹ ਸਾਨੂੰ ਸਮਝ ਆ ਗਈ ਹੋਏਗੀ ਕਿ ਭਗਤ ਜੀ ਕਿਸੇ ਤੋਂ ਡਰਦੇ ਨਹੀਂ ਸਨ। ਭਾਵੇਂ ਉਹਨਾਂ ਨੂੰ ਕਿੰਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਆਪਣੀ ਜਿਹੜੀ ਕਲੀਅਰ ਮਾਈਂਡਡਨੈਸ ਸੀ, ਜਿਹੜੀ ਉਹਨਾਂ ਦੀ ਗੁਰਮਤ ਸੀ, ਵਿਚਾਰਧਾਰਾ, ਜਿਸ ਨੂੰ ਦੇਖ ਕਰਕੇ, ਪ੍ਰਭਾਵਿਤ ਕਰਕੇ, ਪੜ੍ਹ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਤੇ ਦੂਸਰੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਦਿੱਤਾ ਤੇ ਉਸ ਹੀ ਦ੍ਰਿੜਤਾ ਵਾਲੇ ਅੱਜ ਸ਼ਬਦ ਦੀ
ਅਸੀਂ ਆਪ ਜੀ ਦੇ ਨਾਲ ਵਿਚਾਰ ਕਰਨੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਵਿਚਾਰ ਨੂੰ ਆਰੰਭ ਕਰੀਏ, ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਔਰ ਅਸੀਂ ਮਿਲ ਕਰਕੇ ਇਸ ਸ਼ਬਦ ਦਾ ਪਾਠ ਕਰੀਏ ਤਾਂ ਕਿ ਸਾਡੀ ਬਿਰਤੀ, ਮਨ ਬਿਰਤੀ ਇਸ ਸ਼ਬਦ ਦੇ ਨਾਲ ਜੁੜ ਸਕੇ ਔਰ ਅਰਥ ਭਾਵ ਨੂੰ ਅਸੀਂ ਸਮਝ ਸਕੀਏ। ਆਸਾ हिंदू तुर्क कहाँ ते आए, किन राह चलाई, दिल में सोच विचार कवा दे, इस्त दोजक किन पाई, काजी तै कवन कतेब बखानी, पढ़त गुनत ऐसे सब मारे, किन्हों खबर ना जानी, रहा तख्त सने कर सुन्नत करिए, मैं न बदूंगा पाई, जोरे खुदाए मोहे तुर्क करेगा, अपन ही कट जाई, सुन्नत किए तुर्क जे होएगा, औरत का क्या करिए, अर्ध शरीरी नार न छोड़े, आते हिंदू ही रहिए, छाड़ कतेब राम पज बोरे, जुल्म करत है पारी, कबीर है पकड़ी टेक राम की, तुर्क रहे पचहारी, छाड़ कतेब राम पज बोरे, जुल्म करत है पारी, कबीर पकड़ी टेक राम की, तुर्क रहे पचहारी। वाहिगुरू जी का खालसा, वाहिगुरू जी की फतेह। इस शब्द ਦੇ ਪੜਨ ਦੇ ਨਾਲ ਸਾਨੂੰ ਇਹ ਸਮਝ ਆ ਗਈ ਹੋਏਗੀ ਕਿ ਕਾਜੀ ਸਾਹਿਬ ਕਿਸ ਸਬਜੈਕਟ ਦੇ ਉੱਪਰ, ਕਿਸ ਇਸ਼ੂ ਦੇ ਉੱਪਰ ਸਾਨੂੰ ਅੱਜ ਚਾਨਣਾ ਦੇ ਰਹੇ ਹਨ। ਔਰ ਹਾਉ ਦੇ ਜੋ ਬੰਦ ਹੈ ਉਸ ਦੇ ਵਿੱਚ ਸਾਨੂੰ ਇੱਕ ਦੱਸ ਰਹੇ ਹਨ ਕਿ ਕਾਜੀ ਤੈ ਕਵਨ ਕਤੇਬ ਵਖਨ। तो काजी तो भाव यह है कि जो शरह के अनुसार मुसलमानों के मसले जड़े हैं उन्होंने हल करते सन, उहदा शरह के मुताबिक जिहड़ा है निर्णय करते सन। कतेब का भाव है वो चार कतेबां, वो पश्चिमी किताबां जिन्हां दे विच अंजील है, कुरान है, तौरात है और जंबूर है। ये जो किताबां हैं इन्हां दे बारे मैं आप जी दे नाल थोड़ी सांझ करना चाहना कि ये किताबां जिहड़ियां हन वो की हन। तो जित तक कुरान है, कुरान का मतलब है कि कुरान जिहड़ा है हिंदू जो मुसलमान मुहम्मद साहब दे कहा जाता है कि उन्हां दे अपने मुखारबिंद तो ये उचारिया होया कुरान है। और दूसरी जिहड़ी गल है कि उहदे च तौरात जिहड़ा है
तुरंत जो पुस्तक है सॉरी जंबूर जंबूर जड़िया होया इहदा लिखिया होया लिखित संज्ञा है तहरीर नविशत हजरत दाऊद द्वारा प्राप्त होया धर्म पुस्तक जिस दी आसमानी किताबां विच गिनती है। आसमानी किताबां तो भाव है कि यह एहलाम मुहम्मद साहब दाऊद हजरत दाऊद नूं अल्लाह वालों ये उन्होंने जिहड़ी है वो प्राप्त हुई इस दे विच जो किताबां विच जो लिखिया है जंबूर दे विच तो ये हजरत दाऊद द्वारा प्राप्त हुई धर्म पुस्तक है जिसनूं जंबूर कहा जाता है। उस तो बाद है इंजील। इंजील का भाव है कि ईसाइयां का धर्म ग्रंथ जिसनूं असीं बाइबल भी कहने हाँ न्यू टैस्टामेंट डॉक्टर भाई कान सिंह नाभा जी ने इसके बारे सानू दस्या है। इसनूं एवेंजल या एवेंजाइल या एवेंजीलियम ये भी इन्होंने कहा जाता है। तो इसका अर्थ खुशखबरी भी होता है मंगल समाचार भी। इस तो बाद तुरंत है यहूदियों की मूसाइयां का धर्म ग्रंथ जो हजरत मूसा नूं प्रगट होया। ओल्ड टेस्टामेंट दीयां पहलियां 5 किताबां ये इसनूं तुरंत जिहड़ा है कहा जाता है। उस तो बाद कतेब है। तो कतेब का मतलब है किताब पुस्तक ग्रंथ। एक किताब का ही रूपांतर है। गुरबानी विच कुतब की थां भी कतेब शब्द आता है और खास करके 4 किताबां तौरेत जंबूर अंजील अते कुरान का ये लखायक है। तो ये अरबी लफ्ज है किताब का अमाला होके कतेब बनता है। किताब पुस्तक यथा कुरान कतेब दिल में कमाही कुरान ते होर किताबां जो आसमानों उतरियां समझिया जांदियां हन ओहदा इत्थे जिहड़ा है वो जिक्र है। तो असी मुढ़ला जो रहाव की पंक्ति है असी इहदे विच जो 2 लफ्ज मुश्किल हैं उसके जिहड़े हैं असी अर्थ समझे हैं कि काजी जो शरह के मुताबिक मुसलमानों के धार्मिक मसलियां दे जिहड़े हैं वो हल करते हैं। गाजी तय कवन कतेब बखानी। तो कबीर साहब जी ये वर्चुअली कि जो काजी हैं वो उन्होंने जो विचार हैं वो विचार ये हैं कि जड़े मुसलमान बन जाएंगे जड़े कुरान नूं पढ़ लैणगे उस दी आयतां नूं पढ़ लैणगे वो तो बहिश्त विच जाणगे। लेकिन जड़े मुसलमान नहीं बनणगे जो कुरान नूं नहीं पढ़नगे मुहम्मद साहब ते जो अपनी श्रद्धा नहीं लियाउणगे वो नरक नूं जाणगे। तो भगत कबीर जी काजी नूं सवाल कर रहे हैं भी यह जो 4 किताबां का जिसका मैं जिक्र किया है कतेब का तौरेत जंबूर अंजील ये जो किताबां हैं अंजील और एक किताबां दे विचों किहड़ी जिहड़ी है किताब दे विचों तुसीं इसनूं पढ़िया है कि जिहदे च लिखिया होवे कि जड़ा गैर मुसलमान है वो नरक नूं जाएगा और जड़ा मुसलमान है वो बहिश्त नूं जाएगा। तो जिथे तक बहिश्त की गल है बहिश्त का मतलब यह है कि जिथे हूरां ने जिथे सारे सुख आराम हैं शराबां दी कोई कमी नहीं शराब दी नदियां वगदियां हैं उत्थे उसनूं बहिश्त कहा जाता है। और नरक उसनूं कहा जाता है कि जिथे कीते हुए कर्मां दी जिहड़ी है सजा मिलती है। मैं इत्थे भी गल क्लीयर कर दियां कि कबीर साहब इस दे विच अपने ना हिंदू होने की गल कर रहे हैं तो ना मुसलमान होने की गल कर रहे हैं ना हिंदू विचारधारा की प्रौढ़ता कर रहे हैं तो ना इस्लामिक जड़ा विचारधारा है उहदे दी गल कर रहे हैं ना वो हिंदू हैं ते ना मुसलमान हैं। उन्होंने ऑलरेडी डिक्लेयर किया कि ना हम हिंदू ना मुसलमान कि ना मैं हिंदू हाँ तो ना मैं मुसलमान हाँ। मैं तो अल्लाह राम का पिंड प्राण मेरे अल्लाह और राम दोनों दे ही है जिन्हें मेरा पिंड बनाया जिसने मैनू आत्मा दी है मेरा उहदे नाल संबंध है मेरा किसी धार्मिक फिरके दे नाल कोई संबंध नहीं। तो ये धार्मिक वितकरे तो उत्ते उठ के कबीर साहब ने यह गल जिहड़ी है वो काजी नूं मुखातब हो के कही है। लेकिन ये केवल काजी नूं मुखातब नहीं ये सानू सारियां नूं मुखातब है कि असी अपने धर्म के अनुसार साडा कोई भी अकीदा होवे कोई हिंदू होवे कोई मुसलमान होवे कोई सिख होवे ईसाई होवे सानू अपनी धर्म की विचारधारा किसी ते थोपण का सानू कोई हक नहीं कि असी किसी दे उत्ते अपनी विचारधारा नूं थोपीए।
ਇਹਦਾ ਕੋਈ ਵੀ ਜਿਹੜਾ ਹੈ ਉਹ ਲੋੜ ਨਹੀਂ ਹੈ। ਕਿਸੇ ਨੂੰ ਮੰਦਾ ਆਖ ਕੇ ਅਸੀਂ ਕੋਈ ਝਗੜਾ ਨਹੀਂ ਪਾਉਣਾ। ਉਹ ਕਾਜੀ ਸਾਹਿਬ ਨੂੰ ਇਹ ਗੱਲ ਕਹੀ ਹੈ ਕਿਉਂਕਿ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਇਸ ਦੀ ਸਾਡੀ ਆਪਣੀ ਵਿਚਾਰਧਾਰਾ ਕੀ ਹੈ ਕਿ ਅਸੀਂ ਮੰਦਾ ਕਿਸੇ ਨਾ ਆਖ ਝਗੜਾ ਪਾਉਣਾ। ਭਾਵ ਕਿਸੇ ਧਰਮ ਨੂੰ ਕ੍ਰਿਟਿਸਾਈਜ਼ ਕਰਕੇ ਅਸੀਂ ਉਹਦੇ ਨਾਲ ਕੋਈ ਝਗੜਾ ਨਹੀਂ ਪਾਣਾ, ਉਹਦੇ ਨਾਲ ਬਹਿਸ ਮੁਬਾਸੇ ਵਿੱਚ ਨਹੀਂ ਪੈਣਾ। ਨਾ ਪਾਏ ਝਗੜਾ ਸਵਾਮ ਸੇਤੀ ਆਪ ਵੰਜਾਵਣਾ, ਕਿ ਮਾਲਕ ਪ੍ਰਭੂ ਨਾਲ ਝਗੜਾ ਨਹੀਂ ਪਾਉਣਾ, ਕਿਸੇ ਹੋਰ ਨਾਲ ਝਗੜਾ ਨਹੀਂ ਪਾਉਣਾ। ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਅਸੀਂ ਤਬਾਹ ਹੀ ਜਿਹੜਾ ਹੈ ਉਹ ਕਰਨਾ ਹੈ ਔਰ ਆਖਰ ਵੀ ਸਾਨੂੰ ਪਛਤਾਣਾ ਹੀ ਪਏਗਾ। तो इस वास्ते लोड़ ये है कि असी अपनी जिहड़ी विचारधारा है ਉਹਦੇ ਉੱਪਰ ਆਪਣਾ ਜੀਵਨ ਬਤੀਤ ਕਰੀਏ ਔਰ ਦੂਸਰੇ ਨੂੰ ਉਹਦੀ ਵਿਚਾਰਧਾਰਾ ਜਿਹੜੀ ਹੈ ਉਹਦੇ ਮੁਤਾਬਕ ਉਸ ਨੂੰ ਜੀਵਨ ਬਤੀਤ ਕਰਨ ਦਈਏ। ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਜਿਹੜਾ ਅਸੀਂ ਵਿਚਾਰਧਾਰਾ ਨੂੰ ਮੰਨ ਰਹੇ ਹਾਂ ਉਹ ਤਾਂ ਸਵਰਗ ਨੂੰ ਜਾਣਗੇ ਤੇ ਜਿਹੜੇ ਸਾਡੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਉਹ ਨਰਕ ਨੂੰ ਜਾਣਗੇ। ਅਸੀਂ ਇਹ ਨਹੀਂ ਮੁਸਲਮਾਨ ਜਿਵੇਂ ਕਹਿੰਦੇ ਹਨ ਕਿ ਜਿਹੜੇ ਮੁਸਲਮਾਨ ਨਹੀਂ ਬਣਦੇ ਉਹ ਕਾਫਰ ਹਨ ਤੇ ਹਿੰਦੂ ਕਹਿੰਦੇ ਹਨ ਕਿ ਜਿਹੜੇ ਮੁਸਲਮਾਨ ਹਨ ਉਹ ਜਿਹੜੇ ਹਨ ਮਲੇਛ ਹਨ। तो इस करके इस विचारधारा इस बहस के बारे जो काजी साहब नूं कबीर साहब ने मुखातब किया है कि काजी तै कवन कते बखानी किहड़ियां पुस्तकां दे विचों पढ़ के ये गल कही है कि हिंदू जिहड़े हन नरक नूं जाणगे ते जिहड़े मुसलमान हन वो बहिश्त नूं जाणगे। पढ़त गुणत ऐसे सब मारे किनू खबर ना जानी, कि ये पढ़न दे बाद ये विचार करन तो बाद तू अपने आप ਨੂੰ ਖੁਆਰ ਹੀ ਕਰ ਰਿਹਾ ਹੈ। ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਸਾਰੇ ਜਿਹੜੇ ਮਨੁੱਖ ਹਨ ਉਹ ਸਾਰੇ ਪਰਮਾਤਮਾ ਦੇ ਹੀ ਬਣਾਏ ਹੋਏ ਹਨ। ਕਿਸੇ ਹੋਰ ਨੇ ਇਸ ਹਿੰਦੂ ਨੂੰ ਜਾਂ ਤੁਰਕ ਨੂੰ ਜਾਂ ਕਿਸੇ ਹੋਰ ਮਜ਼ਹਬ ਵਾਲੇ ਨੂੰ ਨਹੀਂ ਬਣਾਇਆ, ਕੇਵਲ ਪਰਮਾਤਮਾ ਹੀ ਸਾਰੇ ਸੰਸਾਰ ਦਾ ਕਰਤਾ ਹੈ। ਜਿਵੇਂ ਕਿ ਸਿੱਖ ਵਿਚਾਰਧਾਰਾ ਹੈ ਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾ, कि जिथे परमात्मा ने अपने आप ਨੂੰ ਸਾਜਿਆ ਹੈ ਸਵੈਭੰਗ ਹੈ ਉੱਥੇ ਹੀ ਉਸਨੇ ਸਾਰੀ ਕਾਇਨਾਤ ਨੂੰ ਸਾਰੀ ਸ੍ਰਿਸ਼ਟੀ ਨੂੰ ਉਹਦੇ ਚ ਨਾਰ ਵੀ ਹਨ ਪੁਰਖ ਵੀ ਹਨ ਦਰਖਤ ਵੀ ਹਨ ਪਹਾੜ ਵੀ ਹਨ ਨਦੀਆਂ ਵੀ ਹਨ ਪੰਜ ਤੱਤ ਵੀ ਹਨ। ਇਹ ਸਾਰਿਆਂ ਦੇ ਵਿੱਚ ਪ੍ਰਭੂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗੇ। ਤੋ ਜਿੱਥੇ ਪਰਮਾਤਮਾ ਇਹਨਾਂ ਚੀਜ਼ਾਂ ਦੇ ਵਿੱਚ ਜਿਹਨੂੰ ਅਸੀਂ ਜੜ ਪਦਾਰਥ ਕਹਿੰਦੇ ਆ ਉਹਨਾਂ ਦੇ ਵਿੱਚ ਵੀ ਹੈ वनस्पति विच भी है, तो फिर ये जो मनुख बनाए हुए हैं या औरत बनाई हुई है इन्हां सारियां दे विच वो परमात्मा आप ही है। तो इस करके जे परमात्मा जे तुसी अल्लाह कहंदे हो कि अल्लाह ताला सारे संसार दा करता है सारे संसार नूं बनाने वाला है, तो फिर हिंदू और तुर्क दे विच तुसी वितकरा क्यों करदे हो। तो गल इत्थे इशू जिहड़ा है वो वितकरे दा है कि काजी साहब क्यों वितकरा करदे हन। सानू भी असी देखो सिख इतिहास दे विच सानू इस गल दी समझ है कि किन्ने जुल्म जड़े हन वो सिखां दे गुरुआं दे उपर और फिर सिखां दे उपर इतिहास जड़ा है गवाह है वो किन्ने जुल्म होए हन। इस करके कि तुसी अपना मत छड़ के तुसी कलमा पढ़ लो, तुसी कुरान दियां कलमा पढ़ लो ते फिर तुहानू लोभ भी दिता प्रलोभन दिता कि तुहानू असी यह बना देंगे तुहानू असी यह बना देंगे तुहानू यह चीज़ां दी जिहड़ी है खास हूरा दे देंगे ਤੁਹਾਨੂੰ ਰਾਜ ਪ੍ਰਬੰਧ ਦੇ ਦਿਆਂਗੇ। तो ये सारिया चीज़ों तो सिखा ने कभी भी इस चीज़ों तो डर के या लोभ विच आ करके कभी भी जड़ा है अपने धर्म नूं जड़ा धर्म नूं असीं फॉलो करते हाँ एक ओंकार तो ला के गुर प्रसाद तक जो अकाल पुरख नाल साडी शरधा है उस तो कभी भी डोले नहीं। जो गुरुओं ने राह दसे हैं उन्हां दे उपर ही चलते हुए अनेका सिंघां ने शहीदी प्राप्त की है। तो पढ़त गुणत ऐसे सब मारे किनू खबर ना जानी। तो ये पढ़न सुनन तो बाद विचार करन तो बाद भी तू अपने आप नूं खुआर करदा रहा है तो तेनू इस गल दी समझ नहीं आई कि परमात्मा जिहड़ा है वो सारियां दे विच ही विराजमान है, सारियां विच वो परमात्मा जिहड़ा है वस रहा है। सामे जो जोत है सोए तिस दे चानन सामे चानन होए गुर साखी जोत प्रगट होए जो तिस भावै सो आरती होए। तो सारियां दे विच ही वो परमात्मा जिहड़ा है वो आप वस रहा है। तो ये सानू इस गल दी सानू समझ आउंदी है कि हे काजी तेरे वर्गे पढ़न ते विचारन वाले भाव जो मनुख
तेरे वांग तवसब दी पट्टी अखां अगे बन के मजहबी किताबां पढ़ते हैं, सब खुआर होंदे हैं, किसी नूं असलीयत दी समझ नहीं पई कि ये सारी मनुखता एक अकाल पुरख की बनाई हुई है। उसनूं कोई अल्लाह कह ले, उसनूं कोई हिंदू कह ले, कोई राज कोई परमात्मा कह लवे, अलग अलग नावां दे नाल उसनूं पुकारिया जा सकता है। लेकिन जिस तक बेसिक जिहड़ी गल है, बेसिक जिस तक फीचर हैं वो सारियां दे बराबर हैं। किनू खबर ना जानी भाई तेनू इस असलीयत की समझ नहीं आई कि असलीयत की है। आओ इस बारे थोड़ा जा आप जी ना विचार करिए। तो असलीयत ये है कि परमात्मा सारे घटां दे विच मौजूद है। सारी जो सृष्टि है उसका रचनहार अकाल पुरख परमात्मा है। भावें उन्होंने अल्लाह कह लीए, भावें उसनूं राम कह लीए, भावें रहीम कह लीए, भावें उसनूं करीम कह लीए। तो इस करके ये समझण वाली गल है कि साडे शरीरां दी बनतर जिहड़ी है वो सारी इक्को जी है। एके नैन, एके कान, एके देह, एके बाण, खाक, बाद, आतश और आब को रलाओ है कि साडे इक्को जे कान हैं, दो कान हैं सारियां दे। कोई ऐसा नहीं कि जिहदे तीन कान होण, दो अखां हैं, नक है, मुंह है। तो ज्ञान इंद्रिय, कर्म इंद्रिय साडे सारियां दे इक्को जे हैं। हाँ, ये जरूर है कि न्यारे न्यारे देश के देश को प्रमाव है कि जे कोई किसी साउथ अफ्रीका रहिंदा उत्थे गर्मी ज़्यादा है तो वो बॉडी का टैक्सचर जिहड़ा है, स्किन का टैक्सचर जिहड़ा है वो डार्क हो सकता है। तो जे कोई जिहड़ी ठंडी कंट्री विच है जिवें कैनेडा है, इंग्लैंड है, उत्थे रहिंदा है तो वो बॉडी का टैक्सचर जिहड़ा है वो वाइट हो सकता है, वो डार्क ब्लैक नहीं होएगा। तो इस करके इन्हां गल्लां दे नाल ही रेशियल डिस्क्रिमिनेशन कर रहे हैं कि ये फलाना जिहड़ा है गोरी स्किन वाला है ते ये काली स्किन वाला है। इस तरह सोचण नाल, ऐसी विचारधारा दे नाल असीं उस परमात्मा की निरादरी कर रहे हैं, उस परमात्मा के अगे डिसरिस्पैक्ट शो कर रहे हैं कि जिसने इस परमात्मा ने इस कायनात को बनाया है। तो बनाने वाले परमात्मा ने जो कुछ भी बनाया है वो बाकमाल बनाया है। तो इस करके सानू इस गल की समझ आनी चाहिए है। और कबीर साहब भी उसनूं ये गल समझा रहे हैं कि इन्ने धर्म किताबां नूं पढ़न तो बाद भी तेरे मन दे विच ये समझ नहीं आई कि तू ये सारियां दी भी सांझी वालता नूं तू समझ नहीं सकता। गुरु गोबिंद सिंह महाराज ने भी सानू इस गल समझाई है, जैसे एक आग ते कनूका कोट आग उठे, जिवें एक अग दे विचों करोड़ां जिहड़े हन वो चिंगारियां उठदियां हन, न्यारे न्यारे होए के फिर आग में समाएंगे, वो फिर अग दे विच समा जांदे हन। पर है वो अग दा रूप है, परमात्मा दा रूप है। जिवें उस तरह ही जो मनुख हैं वो इस तरह है जिवें उस अग दे विचों चिंगारी निकलती है। जैसे एक धूर ते अनेक धूर पूरत है, जिवें धूर उड़दी है झाड़ू मारिया तो उसदे विच जो धूड़ दे कण हुंदे हन वो मुड़ के फिर धूड़ दे विच ही समा जांदे ने, भाव वो धूड़ दा ही रूप हन। जैसे एक नद ते तरंग कोट उपजत है, जिवें एक नदी है ਉਹਦੇ ਚੋਂ ਕਰੋੜਾਂ ਤਰੰਗ ਜਿਹੜੇ ਉੱਠਦੇ ਹਨ, तो पान के तरंग सभे पानी ही कहाएंगे। वो पानी दियां तरंगां ਹਨ, ਭਾਵੇਂ नदी विच ਹਨ, ਭਾਵੇਂ समुद्र विच ਹਨ, वो आखिर विच ਉਹਦਾ ही रूप ਹਨ। जल तरंगर फेन बुद्धबदा जल ते ਉਹਨੂੰ ना होए ਪਿੰਨ ना होई। तो ਜਿਹੜੀਆਂ जल ਦੇ ਵਿੱਚ ਤਰੰਗਾਂ ਉੱਠਦੀਆਂ ਹਨ, ਭਾਵੇਂ ਉਸ ਦੀ ਝੱਗ ਉੱਠਦੀ ਹੈ, ਭਾਵੇਂ ਉਹਦੇ ਵਿੱਚ ਬੁਲਬੁਲਾ ਉੱਠਦਾ ਹੈ, ਉਹ ਸਾਰੇ ਹੀ ਉਸ ਦਾ ਰੂਪ ਹਨ। तो ये जो कायनात है ये बिल्कुल इस तरह ही हैं कि जिवें लहरां उठदियां हन पानी दे विच, वो सारियां आखिर जिहड़ियां हन वो पानी का ही रूप हैं। तो इस गल नूं भी कबीर साहब ने काजी साहब नूं ये सवाल किया है। जो रहाओ दा बंद है ये सवाल है जिहड़ा काजी साहब नूं कीता गया भगत कबीर जी के द्वारा, भी तेनूं इस गल की हाली भी समझ नहीं आई। तो आओ ये हुण रहाओ की जो पंक्ति है इस नूं अगे असीं तोरीए कि सानू की सानू समझ आउंदी। तो जो पहला बंद है, हिंदू तुर्क कहां ते आए, किने राह चलाई। हिंदू ते मुसलमान एक परमात्मा तो बिना होर कित्थों पैदा होए हैं? क्वेश्चन मार्क। भाव ये कितों होरों पैदा नहीं हुए, ये परमात्मा ने ही पैदा किए हैं। भावें उसनूं असीं अल्लाह कह लीए, उसनूं राम कह लीए, रहीम कह लीए, करीम कह लीए, राम कह लीए, शाम कह लीए, कुछ भी कह लीए, प्रभु तो बिना किसी ने ये रस्ते तोरे और किसने ये रस्ते तोरे?
ਭਾਵ ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ ਤਾਂ ਫਿਰ ਇਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ। ਭਾਵ ਪਰਮਾਤਮਾ ਨੇ ਨਾ ਹਿੰਦੂ ਬਣਾਏ ਹਨ ਤੇ ਨਾ ਉਹਨਾਂ ਨੇ ਮੁਸਲਮਾਨ ਬਣਾਏ ਹਨ, ਉਹਨਾਂ ਤੇ ਇਨਸਾਨ ਬਣਾਏ ਹਨ ਕਿ ਇਨਸਾਨ ਬਣਾ ਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਕੋਈ ਸਮਝ ਆਈ, ਜਿਸ ਤਰ੍ਹਾਂ ਉਹਨਾਂ ਦੀ ਸਮਝ ਨੇ ਕੰਮ ਕੀਤਾ, ਉਹਨਾਂ ਨੇ ਆਪਣੇ ਆਪਣੇ ਅਲੱਗ ਜਿਹੜੇ ਹਨ ਉਹ ਮਜ਼ਹਬ ਬਣਾ ਲਏ। ਲੇਕਿਨ ਇੱਕ ਗੱਲ ਸਮਝਣ ਵਾਲੀ ਹੈ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਕਿ ਮਜ਼ਹਬ ਕੋਈ ਵੀ ਹੋਵੇ, ਲੇਕਿਨ ਜਦੋਂ ਅਸੀਂ ਬੇਸਿਕ ਨੂੰ ਅਸੀਂ ਪੜਾਂਗੇ ਤਾਂ ਉਹ ਕਦੀ ਵੀ ਇਹ ਨਹੀਂ ਸਿਖਾਉਣਗੀਆਂ ਧਰਮ ਪੁਸਤਕਾਂ ਕਿ ਸਾਨੂੰ ਆਪਸ ਵਿੱਚ ਵੈਰ ਵਿਰੋਧ ਕਰਨਾ ਚਾਹੀਦਾ ਹੈ। ਜਿਵੇਂ ਸਵਾਲ ਪਹਿਲਾਂ ਹੀ ਕੀਤਾ ਸੀਗਾ ਕਿ ਕਾਜੀ ਤੈ ਕਵਣ ਕਿਤਾਬ ਬਖਾਨੀ, ਵੀ ਤੂੰ ਕਿਹੜੀਆਂ ਪੁਸਤਕਾਂ 'ਚ ਪੜ੍ਹ ਕੇ ਤੂੰ ਇਹ ਹਿੰਦੂਆਂ ਦੇ ਨਾਲ ਵਿਤਕਰਾ ਕਰ ਰਿਹਾ ਹੈ ਕਿ ਤੂੰ ਆਪਣੇ ਆਪ ਨੂੰ ਜਿਹੜੇ ਤਰੀਕੇ ਦੇ ਨਾਲ ਤੂੰ ਆਪਣੇ ਆਪ ਨੂੰ ਉੱਚਾ ਦੱਸ ਰਿਹਾ ਹੈ ਤੇ ਦੂਸਰਿਆਂ ਨੂੰ ਤੂੰ ਨੀਵਾਂ ਦੱਸ ਰਿਹਾ ਹੈ। ਤੋ ਇਹ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਵੀ ਔਰ ਸਾਰੀ ਸਿੱਖ ਵਿਚਾਰਧਾਰਾ ਦੇ ਵਿੱਚ ਵੀ ਇਹੀ ਹੈ ਕਿ ਅਸੀਂ ਕਿਸੇ ਨਾਲ ਮੰਦਾ ਨਹੀਂ ਕਰਨਾ, ਕਿਉਂਕਿ ਗੰਢ ਪ੍ਰੀਤੀ ਗੰਢ ਟੁੱਟੀ ਗੰਢ ਮੁਖ ਬੋਲ, ਮਤਲਬ ਜਿਹੜੀ ਗੰਢ ਜਿਹੜੀ ਕਿਸੇ ਨਾਲ ਰਿਸ਼ਤੇਦਾਰੀ ਹੈ ਉਹ ਜਿਹੜੀ ਹੈ ਟੁੱਟ ਗਈ ਪ੍ਰੀਤ ਜਦੋਂ ਬੁਰੇ ਬੋਲ, ਅਸੀਂ ਕਿਸੇ ਨਾਲ ਬੁਰੇ ਬੋਲ ਦਿੱਤੇ ਤੇ ਸਾਡੀ ਪ੍ਰੀਤ ਟੁੱਟ ਗਈ। ਜਿਵੇਂ ਅਸੀਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਤੇ ਗੰਢ ਪ੍ਰੀਤੀ ਮਿੱਠੇ ਬੋਲ, ਜਦੋਂ ਅਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰ ਦਿੱਤੀ ਤੇ ਸਾਡਾ ਉਹਦੇ ਨਾਲ ਜਿਹੜਾ ਹੈ ਉਹ ਜੋੜ ਹੋ ਗਿਆ। ਤੋ ਇਹ ਮਨੁੱਖਤਾ ਦੀ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਤੂੰ ਕਿਸੇ ਨੂੰ ਬਾਹਰ ਨਜ਼ਰ ਨਹੀਂ ਆਉਂਦਾ, ਤੂੰ ਕਿਸੇ ਤੋਂ ਬਾਹਰ ਹੈ ਹੀ ਨਹੀਂ, ਕਿਉਂਕਿ ਸਾਰਿਆਂ ਦੇ ਵਿੱਚ ਤੂੰ ਆਪ ਜਿਹੜਾ ਹੈ ਸਮਾਇਆ ਹੋਇਆ ਹੈ। ਤੋ ਸਭੇ ਕੱਢ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਤੋ ਇੱਥੇ ਰਾਮ ਦਾ ਮਤਲਬ ਹੈ ਸਮਾਇਆ ਹੋਇਆ ਪਰਮਾਤਮਾ, ਨਾ ਕਿ ਤ੍ਰੇਤੇ ਵਾਲਾ ਰਾਮ। ਤੋ ਇੱਥੇ ਇਸ ਗੱਲ ਨੂੰ ਵੀ ਜਿਹੜੀ ਹੈ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੇ ਧਿਆਨ ਦੇ ਵਿੱਚ ਰੱਖੀਏ ਕਿ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ, ਕਿ ਇਹ ਹਿੰਦੂ ਔਰ ਤੁਰਕ ਕਿੱਥੋਂ ਪੈਦਾ ਹੋਏ ਤੇ ਇਹ ਪਰਮਾਤਮਾ ਤੋਂ ਸਿਵਾ ਕਿਸੇ ਹੋਰ ਨੇ ਪੈਦਾ ਨਹੀਂ ਕੀਤੇ। ਤੇ ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ ਤਾਂ ਉਹ ਕਿਸ ਤਰ੍ਹਾਂ ਨਾਲ ਪਰਮਾਤਮਾ ਇਹਨਾਂ ਨਾਲ ਵਿਤਕਰਾ ਕਰ ਸਕਦਾ ਹੈ। ਭਾਵ ਕੋਈ ਵਿਤਕਰਾ ਨਹੀਂ, ਸਾਰੇ ਮਨੁੱਖ ਬਰਾਬਰ ਹਨ, ਭਾਵੇਂ ਉਹ ਮੁਸਲਮਾਨ ਹਨ, ਭਾਵੇਂ ਉਹ ਹਿੰਦੂ ਹਨ, ਭਾਵੇਂ ਉਹ ਇਸਲਾਮ ਵਿੱਚ ਹਨ ਤੇ ਭਾਵੇਂ ਕਿਸੇ ਹੋਰ ਬੁੱਧ ਮਤ ਵਿੱਚ, ਜੈਨ ਮਤ ਦੇ ਵਿੱਚ ਹਨ। ਉਹ ਦਿਲ ਮੇਂ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ। ਦਿਲ ਵਿੱਚ ਸੋਚ ਕੋਈ ਝਗੜਾਲੂ ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ ਅਸਲੀਅਤ ਸਮਝਣ ਲਈ ਆਪਣੇ ਦਿਲ ਵਿੱਚ ਸੋਚ ਤੇ ਵਿਚਾਰ ਕਰ ਕਿ ਜਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜਕ। ਭਾਵ ਸਿਰਫ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ ਤੇ ਹਿੰਦੂ ਰਿਹਾ ਦੋਜਕ ਵਿੱਚ ਨਹੀਂ ਜਾਈਦਾ। ਤੋ ਕਵਾਦੇ ਦਾ ਭਾਵ ਹੈ ਝਗੜਾਲੂ। ਇਹ ਕੋਝੇ ਝਗੜਾਲੂ, ਕਬੀਰ ਸਾਹਿਬ ਇਹ ਕਹਿ ਰਹੇ ਹਨ ਕਿ ਜਿਹੜੇ ਝਗੜਾ ਪਾ ਰਹੇ ਹੋ ਤੁਸੀਂ ਕਿ ਇਹ ਹਿੰਦੂ ਮਾੜੇ ਹਨ, ਇਹ ਨਰਕ ਨੂੰ ਜਾਣਗੇ ਤੇ ਮੁਸਲਮਾਨ ਜਿਹੜੇ ਹਨ ਇਹ ਸਵਰਗ ਬਹਿਸ਼ਤ ਨੂੰ ਜਾਣਗੇ। ਤਾਂ ਇਹ ਗੱਲ ਸਮਝ ਆਪਣੇ ਮਤ ਨੂੰ ਚੰਗਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ ਤੂੰ ਅਸਲੀਅਤ ਲੱਭ ਕਿ ਇਹ ਦੋਨੋਂ ਹੀ ਜਿਹੜੇ ਹਨ ਹਿੰਦੂ ਔਰ ਮੁਸਲਮਾਨ ਇੱਕ ਅੱਲਾਹ ਤਾਲਾ ਪਰਮਾਤਮਾ ਰਾਮ ਰਹੀਮ ਨੇ ਬਣਾਏ ਹਨ। ਤੋ ਇਹ ਗੱਲ ਸਾਨੂੰ ਇਸ ਦੇ ਵਿੱਚ ਸਮਝ ਆਉਂਦੀ ਹੈ। ਅੱਗੇ ਰਹਾਉ ਦੀ ਪੰਕਤੀ ਅਸੀਂ ਵਿਚਾਰ ਕਰ ਚੁੱਕੇ ਹਾਂ। ਗਾਜੀ ਤੈ ਕਵਣ ਕਤੇਬ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ। ਅਗਲਾ ਬੰਦ ਹੈ दूसरा बंद, सख्त स्नेह कर सुन्नत करिया मैं ना बदूंगा पाई। भाव सख्त का भाव है स्त्री, सख्त स्नेह, स्नेह मैंने प्यार, सुन्नत है मुसलमान दी मजहबी रस्म जो छोटी उम्र विच ही जो मुंडियां दे जिहड़ी है वो सुन्नत कर देंदे हन। बदूंगा दा भाव है मैं मन्नागा नहीं पाई है पाई। ਇਹ ਸੁਨਨਤ ਤਾਂ ਔਰਤ ਦੇ ਪਿਆਰ ਦੀ ਖਾਤਰ ਕੀਤੀ ਜਾਂਦੀ ਹੈ। ਇਹਦਾ ਕੋਈ ਧਰਮ ਦੇ ਨਾਲ ਜਾਂ ਮਜ਼ਹਬ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇੱਥੇ ਇੱਕ ਹੋਰ ਜਿਹੜਾ ਇਸ਼ੂ ਹੈ ਉਹ ਭਗਤ ਕਬੀਰ ਜੀ ਕਾਜੀ ਦੇ ਨਾਲ ਡਿਸਕਸ ਕਰ ਰਹੇ ਹਨ, ਸਾਨੂੰ ਹੀ ਸਮਝਾ ਰਹੇ ਹਨ ਕਿ ਇੱਕ ਔਰਤ ਦੇ ਪਿਆਰ ਵਾਸਤੇ ਕੋਈ ਤੁਸੀਂ ਡਿਸੀਜਨ ਲਿਆ ਹੈ, ਤੁਸੀਂ ਕੋਈ ਕੰਮ ਕੀਤਾ ਹੈ
ਉਸ ਨੂੰ ਧਰਮ ਦੇ ਨਾਲ ਤੁਸੀਂ ਕਿਉਂ ਜੋੜਦੇ? ਧਰਮ ਨਾਲ ਉਸ ਦਾ ਕੋਈ ਮੇਲ ਨਹੀਂ ਹੈ, ਕਿ ਧਰਮ ਤਾਂ ਹੈ ਅਧਿਆਤਮਵਾਦ, ਜਿਸ ਨੇ ਸਾਡੀ ਸੁਰਤੀ ਨੂੰ ਉੱਚਾ ਕਰਨਾ ਹੈ, ਸਾਡੀ ਸੁਰਤ ਨੂੰ ਉੱਚਾ ਕਰਨਾ ਹੈ, ਔਰ ਸਾਡਾ ਜੀਵਨ ਜਿਹੜਾ ਹੈ ਉਹ ਐਸਾ ਹੋਵੇ ਕਿ ਜਿਹਦੇ ਨਾਲ ਸਾਨੂੰ ਪ੍ਰਭੂ ਪਿਆਰ ਕਰੇ, ਅੱਲਾਹ ਤਾਲਾ ਸਾਡੇ ਨਾਲ ਪਿਆਰ ਕਰੇ, ਅਸੀਂ ਖਲਕਤ ਦੀ ਸੇਵਾ ਕਰੀਏ, ਆਪਣੇ ਅੰਦਰ ਗੁਣ ਪੈਦਾ ਕਰੀਏ। ਧਰਮ ਇਸ ਦਾ ਨਾਂ ਹੈ। ਲੇਕਿਨ ਤੁਸੀਂ ਇੱਕ ਰਸਮ ਜਿਹੜੀ ਹੈ ਉਹਨੂੰ ਬਣਾ ਲਿਆ ਹੈ, ਸੁਨਨਤ ਨੂੰ, ਤੇ ਤੁਸੀਂ ਕਹਿੰਦੇ ਹੋ ਬਈ ਇਹ ਜਿਹੜੇ ਜਿਨ੍ਹਾਂ ਦੀ ਸੁਨਨਤ ਹੋ ਗਈ ਉਹ ਮੁਸਲਮਾਨ ਹੋ ਗਏ, ਉਹ ਉੱਚੇ ਬੰਦੇ ਹੋ ਗਏ। ਤਾਂ ਇਹ ਰੱਬ ਦੇ ਮਿਲਣ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਤੋ ਸਖਤ ਸਨੇਹ ਕਰ ਸੁਨਨਤ ਕਰੀ ਹੈ, ਮੈਂ ਨਾ ਬਦੂੰਗਾ ਭਾਈ। ਆਹ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ, ਮੈਂ ਇਸ ਨੂੰ ਮੰਨਦਾ ਨਹੀਂ ਕਿ ਇਹਦਾ ਕੋਈ ਸੁਨਨਤ ਦਾ ਕੋਈ ਧਰਮ ਦੇ ਨਾਲ ਸੰਬੰਧ ਹੈ। ਹੋ ਸਕਦਾ ਹੈ ਕਿ ਤੁਸੀਂ ਇਹ ਸਮਝਦੇ ਹੋ ਕਿ ਜਿਨ੍ਹਾਂ ਦੀ ਸੁਨਨਤ ਹੈ ਉਹ ਉੱਚੇ ਹੋ ਗਏ, ਹਿੰਦੂਆਂ ਨਾਲੋਂ ਉੱਚੇ ਹੋ ਗਏ, ਤੇ ਇਸ ਕਰਕੇ ਉਹ ਬਹਿਸ਼ਤ ਵਿੱਚ ਜਾਣਗੇ, ਤੇ ਜਿਨ੍ਹਾਂ ਦੀ ਸੁਨਨਤ ਨਹੀਂ ਹੋਈ ਉਹ ਜਿਹੜੇ ਹਨ ਉਹ ਨਰਕਾਂ ਵਿੱਚ ਜਾਣਗੇ। ਤੋ ਅਗਲੀ ਪੰਕਤੀ ਜਿਹੜੀ ਹੈ ਇਹਦੇ ਵਿੱਚ ਹੀ ਸਾਨੂੰ ਸਮਝਾ ਰਹੇ ਹਨ ਦੂਜੇ ਬੰਦ ਵਿੱਚ, ਜੌਰੇ ਖੁਦਾਏ ਮੁਹੇ ਤੁਰਕ ਕਰੇਗਾ। ਤੁਰਕ ਦਾ ਭਾਵ ਹੈ ਜਿਹੜੀ ਹੈ ਖੁਰਾਸਾਨਾ, ਜਿਹੜਾ ਜਿੱਥੋਂ ਬਾਬਰ ਆਇਆ ਸੀਗਾ, ਉਸ ਇਲਾਕੇ ਜਿਹੜਾ ਮੁਸਲਮਾਨ ਡੋਮੀਨੇਟਡ ਏਰੀਆ ਹੈ, ਉਸ ਤੋਂ ਜਿਹੜੇ ਆਏ ਹਨ, ਉਹਨਾਂ ਨੂੰ ਜਦੋਂ ਬਾਬਰ ਦੇ ਹਮਲੇ ਤੋਂ ਬਾਅਦ ਇੱਥੇ ਇੰਡੀਆ ਵਿੱਚ ਆਏ ਤਾਂ ਉਸ ਵੇਲੇ ਉਹਨਾਂ ਇੱਥੇ ਮੁਸਲਮਾਨ ਜਿਹੜੇ ਉਹ ਹੋਣ ਲੱਗ ਪਏ, ਇੱਥੇ ਹੀ ਉਹ ਵਸ ਗਏ। ਤਾਂ ਉਹਨਾਂ ਨੂੰ ਤੁਰਕ ਜਿਹੜਾ ਹੈ ਉਹ ਕਿਹਾ ਜਾਂਦਾ। ਉਹਨਾਂ ਕਿਹਾ ਵੀ ਜੇ ਮੈਨੂੰ ਖੁਦਾ ਨੇ, ਜੇ ਮੈਨੂੰ ਰੱਬ ਨੇ, ਅੱਲਾਹ ਤਾਲਾ ਨੇ ਮੈਨੂੰ ਅਗਰ ਤੁਰਕ ਬਣਾਉਣਾ ਹੋਇਆ, ਅਗਰ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁਨਨਤ ਆਪੇ ਹੀ ਹੋ ਜਾਏਗੀ, ਮੇਰੀ ਸੁਨਨਤ ਆਪੇ ਹੀ ਜਿਹੜੀ ਹੈ ਉਹ ਹੋ ਜਾਏਗੀ। ਤੋ ਇਸ ਲਈ ਸਾਨੂੰ ਇਸ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਕਿ ਸਿਰਫ ਸੁਨਨਤ ਜਿਹੜੀ ਹੈ ਉਹਦੇ ਨਾਲ ਹੀ ਜਿਹੜਾ ਮਨੁੱਖ ਜਿਹੜਾ ਹੈ ਉਹ ਉੱਚਾ ਹੋ ਜਾਂਦਾ ਹੈ, ਤੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਹਨ ਉਹ ਅੱਲਾਹ ਤਾਲਾ ਦੇ ਜ਼ਿਆਦਾ ਕਰੀਬ ਆ ਜਾਂਦੇ ਹਨ, ਔਰ ਜਿਹੜੇ ਅੱਲਾਹ ਦੇ ਉੱਪਰ ਆਪਣਾ ਅਲੱਗ ਵਿਸ਼ਵਾਸ ਰੱਖਦੇ ਹਨ, ਜਿਹੜੇ ਉਸ ਰੱਬ ਨੂੰ, ਅਕਾਲ ਪੁਰਖ ਨੂੰ ਰਾਮ ਰਹੀਮ ਕਹਿੰਦੇ ਹਨ, ਔਰ ਜਿਹੜੇ ਅੱਲਾਹ ਕਹਿੰਦੇ ਹਨ, ਉਹਨਾਂ 'ਚ ਕੋਈ ਫਰਕ ਨਹੀਂ ਪੈ ਜਾਂਦਾ। ਇਹ ਤੁਹਾਡੀ ਆਪਣੀ ਇੱਕ ਔਰਤ ਦੇ ਨਾਲ ਤੁਹਾਡੀ ਖੁਸ਼ੀ ਦੀ ਗੱਲ ਹੈ, ਜਿਸ ਕਰਕੇ ਤੁਸੀਂ ਜਿਹੜੀ ਹੈ ਇਹ ਸੁਨਨਤ ਦਾ ਜਿਹੜਾ ਹੈ ਰਿਵਾਜ ਪੈਦਾ ਕੀਤਾ ਹੈ। ਤੇ ਜੇਕਰ ਪਰਮਾਤਮਾ ਨੇ ਅਗਰ ਮੈਨੂੰ ਤੁਰਕ ਕਰਨਾ ਹੀ ਹੁੰਦਾ, ਮੁਸਲਮਾਨ ਕਰਨਾ ਹੀ ਹੁੰਦਾ, ਤਾਂ ਫਿਰ ਮੇਰੀ ਸੁਨਨਤ ਪਰਮਾਤਮਾ ਨੇ ਆਪੇ ਹੀ ਜਿਹੜੀ ਹੈ ਉਹ ਕਰ ਦੇਣੀ ਸੀ। ਤਾਂ ਆਓ ਇਸ ਤੋਂ ਅਗਲੇ ਜਿਹੜੀ ਪੰਕਤੀ ਹੈ ਉਸ ਨਾਲ ਜੁੜਦੇ ਹਾਂ। ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਹਰ ਇੱਕ ਮਜ਼ਹਬ ਵਾਲੇ ਆਪਣੇ ਬਹਿਸ ਮੁਬਾਸਿਆਂ ਦੇ ਵਿੱਚ ਆਪਣੇ ਧਰਮ ਦੀ ਗੱਲ ਜਿਹੜੀ ਹੈ ਉਸ ਨੂੰ ਬੜਾ ਵਧਾ ਚੜਾ ਕੇ ਦੱਸਦੇ ਹਨ। ਉਹਦਾ ਪਰਪਸ ਇਹ ਹੁੰਦਾ ਹੈ ਕਿ ਜਿਸ ਧਰਮ ਨੂੰ ਮੈਂ ਮੰਨ ਰਿਹਾ ਹਾਂ ਉਹ ਧਰਮ ਬਹੁਤ ਉੱਚਾ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ। ਲੇਕਿਨ ਇੱਥੇ ਇਹ ਗੱਲ ਸਭ ਵੀ ਸਮਝੀਏ ਕਿ ਮੈਂ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਗੱਲ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਉਹ 9ਵੀਂ ਕਲਾਸ ਵਿੱਚ ਜਦੋਂ ਪੜ੍ਹਦੇ ਸੀਗੇ ਤਾਂ ਉਦੋਂ ਉਹ ਜਿਹੜਾ ਰਾਮ ਬਾਗ ਹੈ ਸ੍ਰੀ ਅੰਮ੍ਰਿਤਸਰ ਵਿਖੇ, ਉੱਥੋਂ ਲੰਘ ਰਹੇ ਸੀਗੇ, ਤੇ ਉੱਥੇ ਈਸਾਈਆਂ ਨੇ ਇੱਕ ਬੜਾ ਵੱਡਾ ਇਕੱਠ ਕੀਤਾ ਹੋਇਆ ਸੀ। ਤੇ ਉਸ ਇਕੱਠ ਦੇ ਵਿੱਚ ਉਹ ਕਹਿ ਰਹੇ ਸਨ, ਈਸਾਈ ਦੇ ਜਿਹੜਾ ਪਾਦਰੀ ਸੀਗਾ ਉਹ ਬੋਲ ਰਿਹਾ ਸੀਗਾ, ਲੈਕਚਰ ਕਰ ਰਿਹਾ ਸੀਗਾ ਕਿ ਜਿਹੜੇ ਵਿਅਕਤੀ ਈਸਾਈ ਧਰਮ ਨੂੰ ਮੰਨਦੇ ਨੇ ਉਹਨਾਂ ਦੇ 7 ਗਲਤੀਆਂ ਤੇ 7 ਪਾਪ ਜਿਹੜੇ ਹੈ ਉਹ ਕ੍ਰਾਈਸਟ ਮਾਫ ਕਰ ਦਿੰਦਾ। ਤੇ ਜਿਹੜੇ ਮੁਸਲਮਾਨ ਨੂੰ ਧਰਮ ਨੂੰ ਮੰਨਦੇ ਹਨ, ਇਸਲਾਮ ਨੂੰ ਮੰਨਦੇ ਹਨ, ਉਹਨਾਂ ਦੇ ਵੀ 7 ਗਲਤੀਆਂ ਤੇ 7 ਪਾਪ ਜਿਹੜੇ ਹਨ ਉਹ ਮਾਫ ਹੋ ਜਾਂਦੇ। ਸੌਰੀ, ਇੱਥੇ ਉਹਨਾਂ ਨੇ ਹਿੰਦੂ ਧਰਮ ਦੀ ਗੱਲ ਕੀਤੀ ਹੈ ਕਿ ਹਿੰਦੂਆਂ ਦੇ 7 ਜਿਹੜੇ ਗਲਤੀਆਂ ਹਨ ਔਰ 7 ਪਾਪ ਜਿਹੜੇ ਮਾਫ ਹੋ ਜਾਂਦੇ ਹਨ, ਔਰ ਇਸਲਾਮ ਵਾਲਿਆਂ ਦੇ ਵੀ 7 ਗਲਤੀਆਂ ਤੇ 7 ਪਾਪ ਮਾਫ ਹੋ ਜਾਂਦੇ ਹਨ। ਲੇਕਿਨ ਜਿਹੜੇ ਈਸਾਈ ਮਤ ਨੂੰ ਮੰਨਦੇ ਹਨ ਉਹਨਾਂ ਦੇ ਯਿਸੂ ਮਸੀਹ ਕ੍ਰਾਈਸਟ ਜਿਹੜੇ ਹਨ ਉਹ 10 ਗੁਣਾ ਜ਼ਿਆਦਾ ਗਲਤੀਆਂ, ਪਾਪ 70 ਗਲਤੀਆਂ ਤੇ 10 ਗੁਣਾ ਜ਼ਿਆਦਾ ਪਾਪ 70 ਪਾਪ ਜਿਹੜੇ ਹਨ ਉਹ ਮਾਫ ਕਰ ਦਿੰਦੇ ਹਨ। ਤਾਂ ਇਹ ਸੁਣ ਕੇ ਭਾਈ ਵੀਰ ਸਿੰਘ ਜੀ, ਨੌਜਵਾਨੀ ਦੀ ਉਮਰ ਸੀ, ਤਰਲ ਜਵਾਨੀ ਸੀ, ਉਹ ਰੁਕ ਗਏ ਤੇ ਉਹਨਾਂ ਨੇ ਉਸ ਪਾਦਰੀ ਦੇ ਕੋਲ ਅਪਰੋਚ ਕੀਤਾ ਕਿ ਜੇਕਰ ਮੈਨੂੰ 2 ਮਿੰਟ ਤੁਸੀਂ ਦਿਓ ਤੇ ਮੈਂ ਆਪਣੇ ਕੁਝ ਵਿਚਾਰ ਆਪ ਜੀ ਦੇ ਸਾਹਮਣੇ ਸਾਂਝਾ ਕਰਨਾ ਚਾਹੁੰਦਾ। ਇਹ ਉਹ ਸਮਾਂ ਸੀਗਾ ਕਿ ਜਦੋਂ ਈਸਾਈ ਆਪਣਾ ਬੜੇ ਜ਼ੋਰ ਤੇ ਪ੍ਰਚਾਰ ਕਰਕੇ ਔਰ ਸਿੱਖਾਂ ਨੂੰ ਔਰ ਹਿੰਦੂਆਂ ਨੂੰ ਈਸਾਈ ਬਣਾਉਣ ਦੇ ਵਿੱਚ ਬੜਾ ਪ੍ਰਚਾਰ ਕਰ ਰਹੇ ਸਨ।
तो उस ईसाई पादरी ने कहा कि मैं नॉर्मली तो किसी गैर ईसाई ਨੂੰ अपनी स्टेज ਤੇ बोलन नहीं देंदा, लेकिन ਤੁਹਾਡੀ जवानी की उम्र देख करके ਤੁਹਾਡੀ मासूमियत ਨੂੰ देख करके मैं आप जी ਨੂੰ ਸਮਾਂ ਦੇਣਾ ਤੇ ਤੁਸੀਂ 2 ਮਿੰਟ ਆਪਣੀ ਜਿਹੜੀ ਗੱਲ ਕਰਨੀ ਹੈ ਕਰੋ। ਤਾਂ ਭਾਈ ਵੀਰ ਸਿੰਘ ਜੀ ਨੇ ਕਮਾਲ ਦੀ ਗੱਲ ਉੱਥੇ ਕੀਤੀ, ਉਹ ਨੋਟ ਕਰਨ ਵਾਲੀ ਹੈ। ਭਾਈ ਵੀਰ ਸਿੰਘ ਜੀ ਨੇ ਕਿਹਾ ਕਿ 7 ਪਾਪ ਤੇ 7 ਗਲਤੀਆਂ ਜਿਹੜਾ ਹੈ ਉਹ ਇਸਲਾਮ ਧਰਮ ਵਿੱਚ ਮਾਫ ਹੁੰਦੀਆਂ ਹਨ, ਔਰ ਹਿੰਦੂ ਧਰਮ ਵਿੱਚ ਵੀ ਇਸ ਤਰ੍ਹਾਂ ਹੀ 7 ਗਲਤੀਆਂ ਤੇ 7 ਪਾਪ ਮਾਫ ਹੁੰਦੇ ਹਨ। ਲੇਕਿਨ ਈਸਾਈਅਤ ਦੇ ਵਿੱਚ 70 ਗਲਤੀਆਂ ਤੇ 70 ਪਾਪ ਮਾਫ ਹੁੰਦੇ ਹਨ। ਲੇਕਿਨ ਗੁਰਮਤਿ ਵਿੱਚ, ਸਿੱਖੀ ਦੇ ਵਿੱਚ ਅਣਗਿਣਤ ਪਾਪ ਜਿਹੜੇ ਹਨ ਉਹ ਮਾਫ ਹੁੰਦੇ ਹਨ। ਉਹਨਾਂ ਨੇ ਪ੍ਰਮਾਣ ਦਿੱਤਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਦਾ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਹਮ ਔਗਣ ਭਰੇ ਇੱਕ ਗੁਣ ਨਹੀਂ, ਕਿ ਮੇਰੇ ਔਗਣ ਕਿਤਨੇ ਹੀ ਹਨ, ਅਸੰਖ ਔਗਣ ਹਨ ਮੇਰੇ, ਤੇ ਉਹ ਵੀ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਤੇ ਉਹ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੋ ਹਮ ਪਾਪੀ ਵੱਡ ਗੁਨਹਗਾਰ, ਕਿ ਅਸੀਂ ਵੱਡੇ ਪਾਪੀ ਹਾਂ ਤੇ ਸਾਡੇ ਪਾਪ ਜਿਹੜੇ ਹਨ ਉਹ ਪਰਮਾਤਮਾ ਬਖਸ਼ ਲੈਂਦਾ। ਤੋ ਇਹਨੇ ਵਿਚਾਰ, ਦ੍ਰਿੜ ਵਿਚਾਰ ਸੁਣ ਕੇ, ਕਲੀਅਰ ਥਾਟ ਸੁਣ ਕਰਕੇ ਪਾਦਰੀ ਵੀ ਇੱਕ ਵਾਰੀ ਹਿਲ ਗਿਆ। ਤੋ ਐਸੀ ਗੱਲ ਹੈ ਕਿ ਜਿੱਥੇ ਵੀ ਅਸੀਂ ਦੇਖਦੇ ਹਾਂ ਕਿ ਕੋਈ ਮੁਤਸਬੀ ਪੁਨੇ ਦੀ ਗੱਲ ਕਰਦਾ ਹੈ ਤੇ ਉਸ ਨੂੰ ਸਿੱਧਾ ਰਾਹ ਦਿਖਾਣਾ ਸਾਡਾ ਫਰਜ਼ ਹੈ। ਤੋ ਕਬੀਰ ਸਾਹਿਬ ਵੀ ਇਸ ਤਰ੍ਹਾਂ ਹੀ ਜਿਹੜੀ ਹੈ ਉਹ ਗੱਲ ਜਿਹੜੀ ਹਨ ਉਹ ਸਾਨੂੰ ਸਮਝਾ ਰਹੇ ਹਨ ਕਿ ਇਹ ਜਿਹੜੇ ਰਸਤੇ ਜਿਹੜੇ ਚੱਲ ਰਹੇ ਹਨ, ਇਸ ਨੂੰ ਮਤਲਬ ਹੈ ਕਿ ਜੇ ਸਾਨੂੰ ਮੁਸਲਮਾਨ ਪਰਮਾਤਮਾ ਨੇ ਜਨਮ ਤੋਂ ਹੀ ਬਣਾਉਣਾ ਹੁੰਦਾ ਤੇ ਸਾਨੂੰ ਸੁਨਨਤ ਸਾਡੀ ਹੋ ਜਾਣੀ ਸੀ। ਤੋ ਜੋਰੇ ਖੁਦਾਏ ਮੁਹਿ ਤੁਰਕ ਕਰੇਗਾ ਆਪਨ ਹੀ कट जाए। तो सुन्नत की ये तुर्क जो होएगा, औरत क्या करेगी? तो एक और सवाल कबीर साहब जी ने काजी के उत्ते कीता कि जेकर सुन्नत करन नाल ही मुसलमान बन सकीदा है, और बिना सुन्नत दे मुसलमान नहीं कहाया जा सकता। जे किसी की सुन्नत नहीं हुई तो वो अल्लाह का प्यारा नहीं हो सकता। तो फिर औरत का क्या करिए कि औरत जात का की करिए, क्योंकि औरत की तो सुन्नत हो ही नहीं सकती। तो इसका अज तक किसी भी इस्लामिक मजहब ने इसका जवाब नहीं दिता कि जेकर सुन्नत करन नाल ही जिहड़ा है वो मुसलमान बनया जा सकता है, अल्लाह ताला नाल प्यारा बन सकते हैं, तो फिर औरत जाति जिहड़ी बैटर हाफ है, जिहड़ी अद्धी जिहड़ी कायनात है औरत है, और औरत का बड़ा बड़ा रोल है, जिसनों गुरु नानक पातशाह ने कहा है कि सो क्यों मंदा आखी है जित जमे राजान, कि जिदे करके असी उस दे पेट तो पैदा होए हाँ, उसने होर राजे महाराजे जिहड़े हन वो महापुरुषों नूं जन्म दिता है। असी उसनूं ये किवें कह सकते हैं कि अल्लाह ताला उसनूं प्यार नहीं करता ते वो मुसलमान नहीं हो सकती है। तो एक मेजर क्वेश्चन जिहड़ा है वो काजी नूं जिहड़ा है कबीर साहब जी ने जिहड़ा है वो कीता है। तां औरत दा की करिए, औरत का क्या करिए, पाप की कर सकते हैं असी पाप, क्योंकि उसकी सुन्नत हो नहीं सकती। ਇਹਦਾ ਕੀ ਜਵਾਬ ਹੈ? तो सिख धर्म यही जवाब दिंदा है कि औरत और मर्द दोनों ਜਿਹੜੇ ਹਨ ਉਹ ਬਰਾਬਰ ਹਨ, ਕਿਸੇ 'ਚ ਕੋਈ ਜਿਹੜਾ ਹੈ ਵਿਤਕਰਾ ਨਹੀਂ ਹੈ। तो इस करके मैं इस बैकग्राउंड ਵਿੱਚ नहीं जा रहा कि सुन्नत ਦੀ बैकग्राउंड ਕੀ ਹੈ। ਇਹ ਹੈ ਕਿ ਇਸਲਾਮ ਦੇ ਵਿੱਚ ਸੁन्नत ਜਿਹੜੀ ਹੈ ਉਹ ਜ਼ਰੂਰੀ ਹੈ, ਭਾਵੇਂ ਉਹ ਜੂਸ ਦੇ ਬਿਗਨਿੰਗ ਹੋਵੇ ਤੇ ਭਾਵੇਂ ਕਿਸੇ ਹੋਰ ਤਰੀਕੇ ਨਾਲ ਹੋਈ ਹੋਵੇ। तो कबीर साहब जिस गल ਦੇ ਉੱਪਰ जोर दे रहे हैं वो है कि अर्ध शरीरी नार ना छोड़ा। ये वोटी मनुख के जीवन की हर वेले की साझीवाल है कि साढ़े घर दे विच वो कहते हैं कि घर तो बन सकता है, जड़ा है मकान तो बन सकता है, लेकिन घर केवल औरत नाल बनता है। जिस घर दे विच औरत नहीं है वो घर जड़ा है वो बिगड़िया होंदा है, अनऑर्गेनाइज्ड होंदा है। तो जिथे जिस वेले घर विच औरत आ जाती है, उस मकान दे विच औरत आ जाती है, विआहता कपल आ जाता है, उस वेले घर जिहड़ा है ऑर्गेनाइज हो जाता है, उसनूं ही घर कहा जा सकता है। तो जे अर्ध शरीरी नार ना छोड़ा है तां ते ही हिंदू ही रही है। वोटी मनुख के जीवन की हर वेले की सांझीवाल है, तां इह तां किसे वेले साथ जिहड़ी है वो छड़दी नहीं। सो अपने रहन वाल नालों अदवाटे रहन नालों हिंदू इक्के रहना है, हिंदू ही रहना ही चंगा है। भाव मैं अपनी अर्धांगनी नूं
ਜਿਹੜੇ ਨਾਨ ਇਸਲਾਮਿਕ ਨਾਨ ਮੁਸਲਮਾਨ ਕਰਕੇ ਉਹਨੂੰ ਛੱਡ ਨਹੀਂ ਸਕਦਾ ਕਿ ਉਹ ਇਸਲਾਮ ਦੇ ਦਾਇਰੇ ਤੋਂ ਬਾਹਰ ਰਵੇ ਤੇ ਮੈਂ ਇਸਲਾਮ ਦੇ ਵਿੱਚ ਸੁਨਨਤ ਕਰਾ ਕਰਕੇ ਮੈਂ ਅੱਲਾਹ ਤਾਲਾ ਦੀ ਖੁਸ਼ੀ ਪ੍ਰਾਪਤ ਕਰ ਸਕਾਂ। तो इस करके उन्हें कहा कि कबीर साहब ने कहा कि अगर मैनू ये चॉइस दी जाए कि मैं सुन्नत करा के मुसलमान बन जावां ते मैं अपनी औरत नूं ना बना क्योंकि उसकी सुन्नत नहीं हो सकती, तो इस करके आई विल प्रेफर टू रिमेन नॉन इस्लामिक, मैं नॉन मुसलमान जरा रहना वो पसंद करांगा। कि ये बड़ा बड़ा पॉइंट कबीर साहब जी ने अपनी इस बाणी में सानू समझाया है। फिर एक सलाह दे रहे हैं अगे जा करके कि छाड़ कतेब राम भज बौरे, कि तू ये जो बहसां दे विच पिया है इस बहसां विचों निकल। एक गल इत्थे होर भी गल क्लीयर कर दी है कि कबीर साहब जिहड़े हन वो ना नरक दे ते ना सुरग दे, इन्हां दोनां दे हक विच नहीं हैं। नरक सुरग ते मैं रहो सतगुर के प्रसाद, चरण कमल की मौज में रहो अंश अर आप, क्या नरक क्या सुरग बिचारा संतन दो रा दे, हम काहों की कान न करते अपने गुर प्रसाद। अब तो जाए चढ़े सिंहासन मिल है सारंग पानी, राम कबीरा एक पय है कोई ना सके पहचानी। तो कबीर साहब कहना है कि मैं ना नरक सुरगा तो डरदा ही नहीं है, सुरग नरक ने बांसी है डरिए ना नरक निवास, नरक द्वार तो डरना नहीं है ना स्वर्ग ही असी इच्छा करनी है कि सुरग बास सुरग दे विच वासा होवे, ये साडी डिमांड नहीं है। कोई ना ही कोई नरक भी जान तो असीं डरदे हैं। साडा असली की है कि असीं चरण कमल जिहड़ी प्रभु दे सिमरन दे विच साडी जिहड़ी बिरती लगे, साडा मन लगे, साडे विच गुण पैदा होण, वो प्रभु नूं मिलन दे गुण पैदा होण जिहड़े प्रभु दे विच गुण हन। जिहड़े जिवें कबीर साहब ने कहा कि हर जन ऐसा चाहिए जैसा हर ही होए, तो ऐसा ही हर बनन वास्ते ही साडा मकसद है। तो ना उस हरि दे प्रेम विच जिस वेले प्रभु का प्रेम सानू मिल जाता है असी उसके सिमरन में जुड़ जाते हाँ, साडी जिहड़ी अवस्था जिहड़ी है वो सहज विच आ जाती है। तो उस सहज अवस्था दे विच ना सानू नरक का डर लगता है ते ना ही सानू स्वर्ग दे विच जान की जिहड़ी है वो कोई इच्छा पैदा होती है। तो इस गल नूं भी आपां क्लीयर समझ रही है थे कि कबीर साहब इस नरक और स्वर्ग दे विचकार नहीं हैं, वो फसे नहीं हुए हैं, वो इस तो उन्होंने अवस्था बहुत ऊँची है। लेकिन जो एक विचारधारा नूं क्लैरिटी देने वास्ते कबीर साहब ने इस शब्द विच सानू जिहड़ा है वो समझाउण दी कोशिश की है। तो इत्थे भी काजी नूं समझा रहे हैं छाड़ कतेव राम भज बौरे, मजहबी किताबां दीयां बहसां छड्ड के परमात्मा दा भजन कर, बंदगी छड्ड ते बहसां विच पै के तू अपने आप उत्ते बड़ा जुल्म कर रहा है कि यह बड़ा क्रिमिनल एक्ट है कि तेनू ये जो मनुखा जन्म मिलिया है भाई प्राप्त मानुक दे हुरिया गोबिंद मिलन की तेरी वजह कि गोबिंद नूं मिलन वास्ते तेनू ये जिहड़ा जन्म मनुखा जन्म मिलिया है, मानुक जन्म दुर्लभ है, होए ना बारंबार जो बन फल पाके भूई ग्रह बहुर ना लागे डाल, कि यही तरह अवसर यही तेरी बार घट पीतर तू देख विचार कि तू इस विचार के देख कि यह मनुखा जन्म जिहड़ा है वो हर बारी नहीं मिलना तेनू, इट इज नॉट सर्टन कि तू इस करके जिहड़ा तेनू मनुखा जन्म मिलिया है तू इसनू अजाई ना गवा, बहस मुबासियां विच ना अपना टाइम जिहड़ा है वो खराब कर। तो इस करके तू अपने ऊपर जुल्म ना कर कि तू परमात्मा दे राम दे भज, हे बौरे हे मूर्ख इंसान, तू अपने राम दे भजन दे विच परमात्मा दे भजन दे विच अल्लाह ताला दे जिहड़ा भजन दे विच तू लग। अखीरली पंक्ति च कबीर साहब फरमा रहे हैं कि मैं तां की कीता है, मैं ऐसा बहस मुबासियां तो उत्ते उठ के कबीरा पकड़ी टेक राम की, कि मैं ते आसरा प्रभु दे सिमरन दा परमात्मा दे सिमरन दा ले लिया है, तुर कर है पछहार। कबीर ने तां एक परमात्मा दे सिमरन दा आसरा लिया है, झगड़ालू मुसलमान बहसां विच ही गवार हो रहे हैं। तो इस गल दे विच सानू अज कबीर साहब ने एक क्लैरिटी बख्शिश की है कि काजी नूं संबोधन करके सानू सारिਆਂ ਨੂੰ समझाया है कि अपनी धर्म पुस्तकां दे आधार दे उत्ते कदी भी किसी नाल बहस मुबासे विच नहीं पैना चाहिए और ना ही अपना समा खराब करना चाहिए है कि जिस मनुखा जन्म वास्ते साडा जन्म होया है उस मनुखा जन्म नूं ही असी संभालीए, स्वासां नूं संभालीए और स्वासां नाल ही
ਆਪਣੇ ਅੰਦਰ ਗੁਣ ਪੈਦਾ ਕਰੀਏ, ਆਪਣੀ ਸਿਮਰਨ ਦੁਆਰਾ ਗੁਣ ਪ੍ਰਾਪਤ ਕਰਕੇ ਸਾਧ ਸੰਗਤ ਵਿੱਚ ਬੈਠ ਕਰਕੇ ਉਸ ਦੇ ਨਾਲ ਜੁੜ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਅਸੀਂ ਸਫਲਾ ਕਰੀਏ। ਤੋ ਇਹ ਜੋ ਬਨਾਵਟੀ ਜਿਹੜੀਆਂ ਚੀਜ਼ਾਂ ਸੰਸਾਰ ਦੇ ਵਿੱਚ ਹਨ ਉਹਨਾਂ ਨਾਲ ਅਸੀਂ ਆਪਣਾ ਨਾਤਾ ਤੋੜੀਏ ਤੇ ਤਾਂ ਹੀ ਸਾਡਾ ਜਿਹੜਾ ਹੈ ਉਹ ਜਨਮ ਸਫਲਾ ਹੋ ਸਕਦਾ ਹੈ। ਇੰਨੇ ਕੁ ਸੇਵਾ ਪ੍ਰਵਾਨ ਕਰੋ। ਵਿਚਾਰ ਕਰਦੇ ਹਾਂ ਅਲਬ ਬੁੱਧੀ ਕਰਕੇ ਨੇਕਾਂ ਭੁੱਲਾਂ ਹੋ ਗਈਆਂ ਨੇ। मैं आप जी को बेनती करांगा कि आप भुल्ला ना चितारना और बख्शिश भरिया सिर ते हथ रखना। गज के फतेह बुलाओ जी। वाहिगुरू जी का खालसा वाहिगुरू जी की फतेह।